ਤਾਰ ਦੇਣਾ ਸਾਨੂੰ ਇਹਨਾਂ ਬਚਨਾਂ ਨੇ। ਜਿਹੜੇ ਮਨੁੱਖ ਬਿਨਾਂ ਕਿਸੇ ਸ਼ੰਕਾ ਤੋਂ ਸ਼ਰਧਾ ਪਿਆਰ ਭਾਵਨਾ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਆ, ਉਹ ਲਾਹਾ ਲੈ ਜਾਂਦੇ ਆ। ਸੰਗਤ ਵਿੱਚ ਬੈਠਣਾ ਵੀ ਇੱਕ ਬਹੁਤ ਵੱਡਾ ਕੋਰਸ ਹੈ। ਆਖੋ ਸਤਿਨਾਮ। ਇਕਾਗਰਤਾ ਨਾਲ ਬੈਠਣਾ ਤੇ ਆਪਣੇ ਕੰਨਾਂ ਨੂੰ ਕੱਲੀ ਕੱਲੀ ਗੱਲ ਸੁਣਨ ਵਿੱਚ ਲਾ ਦੇਣਾ ਤੇ ਅੰਤਰ ਧਿਆਨ ਹੋ ਕੇ ਬੈਠਣਾ। ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਆ ਗਏ ਤੇ ਪੂਰੀ ਇਕਾਗਰਤਾ ਨਾਲ ਸਾਨੂੰ ਬੈਠਣਾ ਚਾਹੀਦਾ ਹੈ। ਆਨੰਦ ਲੈਣਾ। ਜਦੋਂ ਅਸੀਂ ਬਿਲਕੁਲ ਸ਼ਾਂਤ ਹੋ ਕੇ ਬਹਿ ਗਏ ਵੀ ਸੁਣੀਏ, ਵਿਚਾਰੀਏ, ਲਾਹਾ ਲਈਏ। ਬੜੇ ਪਿਆਰੇ ਬਚਨ ਨੇ ਰਾਗ ਕੇਦਾਰਾ ਦੇ ਵਿੱਚ ਬਾਣੀ ਕਬੀਰ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਸਾਹਿਬ ਜੀ ਸਾਨੂੰ ਉਸ ਪਰਮਾਤਮਾ ਨਾਲ ਮਿਲਣ ਵਾਸਤੇ, ਸਾਨੂੰ ਉਸ ਵਾਹਿਗੁਰੂ ਜੀ ਤੋਂ ਦਾਤ ਪ੍ਰਾਪਤ ਕਰਨ ਵਾਸਤੇ ਸਾਨੂੰ ਉਪਦੇਸ਼ ਦਿੰਦੇ ਆ ਤੇ ਸਾਨੂੰ ਕੁਝ ਪਰਹੇਜ਼ ਵੀ ਦੱਸਦੇ। ਜਿਵੇਂ ਵੈਦ ਹੁੰਦਾ ਨਾ, ਡਾਕਟਰ ਕਹਿ ਲਈਏ, ਵੀ ਉਹ ਦਵਾਈ ਦੇ ਨਾਲ ਨਾਲ ਕੁਝ ਪਰਹੇਜ਼ ਦੱਸਦਾ ਹੈ ਵੀ ਤੂੰ ਖੱਟਾ ਨਹੀਂ ਖਾਣਾ ਜਾਂ ਤੂੰ ਮਿੱਠਾ ਨਹੀਂ ਖਾਣਾ। ਇਸੇ ਤਰ੍ਹਾਂ ਉਪਦੇਸ਼ ਦੇ ਨਾਲ ਨਾਲ ਜਦੋਂ ਨਾਮ ਦੀ ਦਾਤ ਗੁਰੂ ਜੀ ਬਖਸ਼ਦੇ ਆ, ਨਾਮ ਦੀ ਦਵਾਈ ਦਿੰਦੇ ਆ, ਤਾਂ ਸਾਨੂੰ ਫਿਰ ਪਰਹੇਜ਼ ਵੀ ਦੱਸਦੇ ਆ। ਭਗਤ ਕਬੀਰ ਜੀ ਫਰਮਾਨ ਕਰਦੇ ਹਨ, ਉਸਤਤ ਨਿੰਦਾ ਦੋ ਬਿਵਰਜਿਤ, ਤਜੋ ਮਾਨ ਅਭਿਮਾਨਾ। ਲੋਹਾ ਕੰਚਨ ਸਮ ਕਰ ਜਾਨਹਿ, ਤੇ ਮੂਰਤ ਭਗਵਾਨਾ। ਉਸਤਤ ਨਿੰਦਾ। ਮਹਾਰਾਜ ਕਹਿੰਦੇ ਆ ਫੋਕੀ ਵਡਿਆਈ ਵੀ ਮਾੜੀ ਆ ਤੇ ਕਿਸੇ ਦੇ ਐਬ ਫਰੋਲਣੇ ਗੱਲਾਂ ਦੋਨੀ ਮਾੜੀਆਂ। ਆਖੋ ਸਤਿਨਾਮ। ਉਸਤਤ ਵਡਿਆਈ, ਨਿੰਦਾ ਕਿਸੇ ਦੀ ਨਿੰਦਿਆ ਕਰਨੀ ਬਿਨਾਂ ਵਜ੍ਹਾ ਤੋਂ, ਭਾਵੇਂ ਵਜ੍ਹਾ ਹੀ ਵੀ ਹੈ। ਆਪਾਂ ਨੂੰ ਨਿੰਦਿਆ ਇਹ ਕੀ ਹੈ ਜੀ? ਇਹ ਪਰਹੇਜ਼ ਨੇ। ਹੁਣ ਨਾਮ ਤਾਂ ਜਪਿਆ, ਸ਼ਬਦ ਵੀ ਪੜਿਆ ਤੇ ਪਰਹੇਜ਼ ਨਾਲ ਦਵਾਈ ਵੀ ਲੈਤੀ, ਪਰਹੇਜ਼ ਰੱਖਿਆ ਨਾ, ਫਿਰ ਠੀਕ ਨਹੀਂ ਨਾ ਹੋਣਾ ਕੰਮ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਵੀ ਕਰਦਾ ਰਿਹਾ ਤੇ ਐਵੇਂ ਨਿੰਦਿਆ ਕਰਤੀ ਕਿਸੇ ਦੀ ਬਿਨਾਂ ਵਜ੍ਹਾ ਤੋਂ। ਨਿੰਦਿਆ ਨਾ ਜਿਹੜੀ, ਇਹਦਾ ਰਸ ਬੰਦੇ ਨੂੰ ਬਹੁਤ ਆਉਂਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਮਨੁੱਖ ਆਪਣੀ ਵਡਿਆਈ, ਆਪਣੀ ਸ਼ੋਭਾ ਸੁਣ ਕੇ ਖੁਸ਼ ਹੁੰਦਾ ਹੈ ਤੇ ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦਾ ਹੈ। ਕੁਦਰਤੀ ਹੈ। ਜਦੋਂ ਆਪਣੀ ਕੋਈ ਵਡਿਆਈ ਸੁਣੀਏ ਵੀ ਤੁਹਾਨੂੰ ਬੜਾ ਚੰਗਾ ਕਹਿੰਦੇ ਆ ਲੋਕ, ਫਿਰ ਮਨ ਖੁਸ਼ ਹੋ ਜਾਂਦਾ। ਤੇ ਜਦੋਂ ਵੀ ਫਲਾਣਾ ਬੰਦਾ ਤੈਨੂੰ ਨਿੰਦਦਾ ਸੀ, ਫਲਾਣਾ ਬੰਦਾ ਤੈਨੂੰ ਮਾੜਾ ਕਹਿੰਦਾ ਸੀ, ਫਿਰ ਅੰਦਰ ਭਾਂਬੜ ਵੜਨ ਲੱਗ ਜਾਂਦੇ ਆ। ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਉਸਤਤ ਨਿੰਦਾ ਦੋ ਵਿਵਰਜਤ।
ਤਜੋ ਮਾਨ ਅਭਿਮਾਨ, ਕਿਸੇ ਮਨੁੱਖ ਦੀ ਖੁਸ਼ਾਮਦ ਕਰਨੀ ਤੇ ਜਾਂ ਕਿਸੇ ਦੇ ਐਬ ਫਰੋਲਣੇ, ਇਹ ਦੋਵੇਂ ਕੰਮ ਹੀ ਮਾੜੇ ਹਨ। ਇਹ ਖਿਆਲ ਵੀ ਛੱਡ ਦਿਓ ਕਿ ਕੋਈ ਤੁਹਾਡਾ ਆਦਰ ਕਰਦਾ ਹੈ ਤੇ ਜਾਂ ਤੁਹਾਨੂੰ ਤੁਹਾਡੀ ਕੋਈ ਨਿੰਦਿਆ ਕਰਦਾ ਹੈ। ਇਹ ਛੱਡੋ। ਤੇ ਨਿੰਦਿਆ ਅਸੀਂ ਜਿਹਦੀ ਕਰਦੇ ਆ, ਇਹ ਸਮਝ ਲਓ ਵੀ ਉਹਦਾ ਨੁਕਸਾਨ ਨਹੀਂ, ਉਹਦਾ ਫਾਇਦਾ ਕਰ ਰਹੇ ਆ। ਆਖੋ ਸਤਨਾਮ। ਇਸੇ ਕਰਕੇ ਕਿਹਾ ਕਬੀਰ ਸਾਹਿਬ ਜੀ ਦਾ ਇੱਕ ਹੋਰ ਸ਼ਬਦ ਵੀ ਹੈ, ਬੜਾ ਪਿਆਰਾ ਸ਼ਬਦ ਹੈ। ਕਬੀਰ ਜੀ ਕਹਿੰਦੇ ਆ ਗੌੜੀ ਦੇ ਵਿੱਚ, ਗੌੜੀ ਕਬੀਰ ਜੀ, ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ। ਕਬੀਰ ਜੀ ਕਹਿੰਦੇ ਮੈਨੂੰ ਕੋਈ ਪਰਵਾਹ ਹੀ ਨਹੀਂ ਹੈ, ਜਿੰਨੀ ਮਰਜ਼ੀ ਮੇਰੀ ਨਿੰਦਿਆ ਕਰੋ, ਕੋਈ ਮੈਨੂੰ ਫਰਕ ਪੈਣ ਵਾਲਾ ਨਹੀਂ ਹੈ। ਗੁਰੂ ਦੇ ਸਿੱਖ ਦੀ ਕੋਈ ਵਡਿਆਈ ਕਰੀ ਜਾਵੇ, ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਣਾ ਚਾਹੀਦਾ, ਮਾਣ ਵੀ ਕੋਈ ਗੱਲ ਨਹੀਂ, ਚਲੋ ਉਹਦੀ ਬਖਸ਼ਿਸ਼ ਹੈ। ਕੋਈ ਨਿੰਦਿਆ ਵੀ ਕਰਦਾ ਤਾਂ ਵੀ ਕੋਈ ਗੱਲ ਨਹੀਂ, ਗੁਰੂ ਉਹਦਾ ਭਲਾ ਕਰੇ, ਸਮੱਤ ਬਖਸ਼ੇ। ਭਗਤ ਕਬੀਰ ਜੀ ਕਹਿੰਦੇ ਆ ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ। ਇਹ ਜਗਤ ਬਸ਼ੱਕ ਦੀ ਨਿੰਦਿਆ ਕਰਦਾ ਰਵੇ, ਬੇਸ਼ੱਕ ਮੇਰੇ ਔਗਣ ਵੇਖਦਾ ਰਵੇ, ਕਿਉਂਕਿ ਜਦੋਂ ਅਸੀਂ ਕਿਸੇ ਵੱਲ ਇੱਕ ਉਂਗਲ ਕਰਦੇ ਆ ਨਾ, ਇੱਕ ਉਂਗਲ, ਤਾਂ ਧਿਆਨ ਮਾਰਿਓ ਕਦੇ ਵੀ 3 ਉਂਗਲਾਂ ਆਪਦੇ ਵੱਲ ਹੁੰਦੀਆਂ ਨੇ। ਗਲਤੀਆਂ ਜ਼ਰੂਰ ਵੇਖੋ, ਪਰ ਜੇ ਵੇਖਦੇ ਹੋ ਤਾਂ ਕਹਿੰਦੇ ਆ ਵੀ ਸ਼ੁਰੂ ਆਪਣੇ ਤੋਂ ਕਰੋ। ਜਦੋਂ ਆਪਾਂ ਇੱਕ ਉਂਗਲ ਕਿਸੇ ਵੱਲ ਨਹੀਂ ਕਰਦੇ ਆ, ਤਾਂ 3 ਉਂਗਲਾਂ ਜਿਹੜੀਆਂ ਇਹ ਆਪਦੇ ਵੱਲ ਨਹੀਂ ਹੁੰਦੀਆਂ। ਇਹ ਇਸ਼ਾਰਾ ਕੀ ਕਰਦੀਆਂ ਨੇ ਵੀ ਪਹਿਲਾਂ ਆਪਣੇ ਆਪ ਨੂੰ ਵੇਖ 2-3 ਵਾਰੀ ਵੀ ਤੂੰ ਕਿਵੇਂ ਆ। ਆਖੋ ਸਤਨਾਮ। ਦੂਜੇ ਦੀ ਨਿੰਦਿਆ ਕਰਨੀ ਬਹੁਤ ਸੌਖੀ ਹੁੰਦੀ ਆ ਨਾ। ਇਹ ਗੱਲ ਸ਼ਬਦ ਆਇਆ ਕਬੀਰ ਜੀ ਦਾ, ਮੈਂ ਤਾਂ ਗੱਲ ਕਰ ਰਿਹਾ, ਉਦਾਂ ਨਹੀਂ। ਕਬੀਰ ਜੀ ਕਹਿੰਦਾ ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਮੈਨੂੰ ਆਪਣੀ ਨਿੰਦਿਆ ਬਹੁਤ ਹੀ ਚੰਗੀ ਲੱਗਦੀ ਹੈ, ਹੁੰਦੀ ਵੀ ਕੋਈ ਤਾਂ ਮੇਰੀ ਨਿੰਦਿਆ ਕਰਨ ਵਾਲਾ ਹੈ, ਕੋਈ ਤਾਂ ਮੇਰੇ ਕੱਪੜੇ ਧੋਣ ਵਾਲਾ ਹੈ। ਇਹ ਵੱਡੇ ਪਰਹੇਜ਼ ਨੇ। ਬਿਨਾਂ ਗੱਲ ਤੋਂ ਵਡਿਆਈ ਕਰਨੀ ਤੇ ਬਿਨਾਂ ਗੱਲ ਤੋਂ ਨਿੰਦਿਆ ਕਰਨੀ, ਇਹ ਪਰਹੇਜ਼ ਰੱਖਣੇ। ਔਗਣ ਵੇਖਣੇ। ਬੰਦਾ ਸਵੇਰੇ ਉੱਠਦਾ, ਸ਼ਾਮ ਤੱਕ ਵਿਚਰਦਾ ਲੋਕਾਂ ਵਿੱਚ, ਬਸ ਫਿਰ ਸ਼ਾਮ ਨੂੰ ਨਾ ਕਹਿੰਦੇ ਆਪਣੇ ਆਪ ਨੂੰ ਚੈੱਕ ਕਰੇ। ਸ਼ਾਮ ਨੂੰ ਪੈਣ ਲੱਗਿਆ ਆਪਣੇ ਆਪ ਨੂੰ ਚੈੱਕ ਕਰੇ ਵੀ ਓਏ ਮਨਾ, ਤੂੰ ਕਿਸੇ ਦੀ ਨਿੰਦਿਆ ਤੇ ਨਹੀਂ ਕੀਤੀ। ਜੇ ਕਿਤੇ ਹੋ ਵੀ ਗਈ ਹੈ ਤਾਂ ਤੂੰ ਦ੍ਰਿੜ ਇਰਾਦਾ ਰੱਖ ਵੀ ਕੱਲ ਨੂੰ ਨਹੀਂ ਕਰਨੀ ਹੈ, ਇੱਕ ਦਿਨ ਐਸਾ ਲੰਘਾਉਣਾ। ਕਹਿੰਦੇ ਇਹ ਨਿੰਦਿਆ ਛੱਡ ਕੇ ਵੇਖ ਲਾ ਤੂੰ 15 ਦਿਨ ਕਿਵੇਂ ਤੇਰਾ ਭਲਾ ਹੁੰਦਾ। ਆਖੋ ਸਤਨਾਮ। ਬਹੁਤ ਜ਼ਿਆਦਾ ਗੁਰਬਾਣੀ ਵਿੱਚ ਲਿਖਿਆ ਵੀ ਨਿੰਦਿਆ ਕਰਨ ਮਨੁੱਖ ਦਾ ਭਲੇ ਵਾਸਤੇ ਕਿਹਾ ਨਾ, ਨੁਕਸਾਨ ਵਾਸਤੇ ਨਹੀਂ ਨਾ ਕਿਹਾ। ਰਸ ਬੜਾ, ਬੰਦਾ ਪੈਰ ਗੱਡ ਕੇ ਖੜ ਜਾਂਦਾ ਜਿੱਥੇ ਨਿੰਦਿਆ ਹੁੰਦੀ ਹੋਵੇ। ਪਤਾ ਹੀ ਨਹੀਂ ਲੱਗਦਾ ਟਾਈਮ ਦਾ ਵੀ ਕਿਹੜੇ ਵੇਲੇ ਲੰਘ ਜਾਂਦਾ ਟਾਈਮ। ਇਹੋ ਜਿਹਾ ਰਸ ਹੈ ਨਿੰਦਿਆ ਦਾ। ਉਹ ਫਲਾਣਾ ਇਦਾਂ, ਫਲਾਣਾ ਆਏ, ਫਲਾਣੇ ਦੇ ਤਾਂ ਐ ਹੋ ਗਿਆ, ਕੀ ਕਰਨਾ, ਕੀ ਪਤਾ ਇੱਥੇ ਕੋਈ ਸਮੇਂ ਦਾ ਪਤਾ ਹੈ। ਅੱਜ ਉਹਦੇ ਤੇ ਆ, ਕੱਲ ਨੂੰ ਆਪਣੇ ਤੇ ਆ ਜੇ, ਕੀ ਪਤਾ। ਸਮਾਂ ਇਹਦਾ ਆਉਂਦਾ ਜਾਂਦਾ ਰਹਿੰਦਾ ਹੈ। ਜਾਣ ਕੇ ਕੋਈ ਆਪਣੇ ਆਪ ਨੂੰ ਮਾੜਾ ਨਹੀਂ ਖਵਾਉਂਦਾ ਤੇ ਆਪਣੇ ਆਪ ਨੂੰ ਚੰਗਾ ਨਹੀਂ ਖਵਾਉਂਦਾ। ਇਹ ਤਾਂ ਉਹਦੀ ਬਖਸ਼ਿਸ਼ ਹੈ। ਭਗਤ ਕਬੀਰ ਜੀ ਕਹਿੰਦੇ ਆ ਵੀ
जे निंदिया हो भी रही है तो मैनू बहुत चंगी लगती है। यही तो दर्शन है, उपदेश गुरु जी का दर्शन, यही दर्शन है। हुण असी कबीर जी का शब्द पढ़ रहे हैं तो साडी कबीर जी नाल गल हो रही है कि नहीं हो रही है? कबीर जी नाल गल हो रही है साडी। जिवें भगत कबीर जी बैठे आ, असी सामने बैठे सुन रहे हैं तो दर्शन हो रहे हैं सानू। गुरु नानक देव महाराज जी का शब्द पढ़ रहे हैं ते असी सुन रहे हैं तो सानू की हो रहा जी? गुरु नानक देव जी का दर्शन हो रहा है। गुरु गुरता गद्दी ते विराजमान गुरु ग्रंथ साहब जी दे जदों असी गोद विच पहुंचदे आ तां सानू उस मालक दे दर्शन हो रहे आ, सानू उस परमात्मा दे दर्शन हो रहे आ, च कोई शक नहीं। आखो सतनाम, परमात्मा दे दर्शन हो रहे आ। हुण सानू उपदेश कबीर साहब जी कर रहे आ, बैठ के दस रहे आ सानू भी भाई आ काम तू नहीं करना, ते अपना भी दसदे आ, अपने वेले दी गल दसदे आ। जिवें सानू बजुर्ग पुरानी गल सुणाउंदे आ, सानू दसदे आ भी निंदिया तां मैनू बहुत चंगी लगदी है। निंदा बाप निंदा महतारी, क्योंकि निंदक सेवक दा मां प्यो है। भाव जिवें मापे अपने बच्चे विच शुभ गुण वधदे वेखਣਾ लोड़दे हन, इसे तरह निंदिया भी औगण नशर करके भले गुणां दी सहायता करदी है। निंदा होए तां बैकुंठ जाइए। भगत कबीर जी कहते भी लोक औगण नाशर करन तां बैकुंठ विच भी जा सकीदा। आखो सतनाम। निंदिया तां बैकुंठ विच पहुंचा दिंदी है, निंदा होए तां बैकुंठ जाइए। नाम पदार्थ मन है बसाइए। क्योंकि इस तरह अपने औगण छड्ड के प्रभु का नाम रूप धन मन विच वसा लईदा है। हृदय शुद्ध जो निंदा होए, हमरे कपड़े निंदक धोए। तू निंदिया कर रहा तो समझ लै उहदी मैल धो रहा है, मैल वाले कपड़े उहदे तू साफ कर रहा है। हृदय शुद्ध जो निंदा होए, कहंदे जे हिरदा शुद्ध हुंदियां साडी निंदिया होवे, भाव जे शुद्ध भाव नाल असीं अपने औगण नाशर हुंदे सुणीए तां हमरे कपड़े निंदक धोए। कहंदे तां निंदक साडे मन नूं पवित्र करन विच साडी सहायता कर रहा है। निंदक माहे हमारा चीत, निंदक सो जो निंदा हो रहा। महाराज कहते निंदक करे सो हमारा मीत, निंदक माहे हमारा चीत। महाराज कहते जो मनुख सानू भंडदा है वो तां साडा मित्र है, वो तां साडा संगी है। निंदा करे सो हमारा मीत, असल तुहाडा मित्री वो है जिहड़ा तुहाडी निंदा करदा। हुण तक भी जिउंदा रहे, मेरे औगण फरोलदा रहे। निंदा करे सो हमारा मीत, निंदक माहे हमारा चीत। क्योंकि साडी सुरत अपने निंदक विच रहिंदी है, भाव असीं अपने निंदक दी गल बड़े ध्यान नाल सुणदे हां। निंदक सो जो निंदा हो रे, हमारा जीवन निंदक लो रे। असल विच साडा मंदा चितवन वाला मनुख जो साडे ऐब नशर होणों रोकदा है। हमारा जीवन निंदक लो रे, निंदक तां सगों चाहुंदा है कि साडा जीवन चंगा बने, सानू निंदिया कर करके चंगे बना रहा है। दुनिया ही तां सानू रोकदी है ना माड़े पासे जाणो। एक वारी तुसी चंगे पासे तुर पो, तुहानू दुनिया ने ही चंगे पासे लै जाना।
ਜਿਹੜਾ ਮਨੁੱਖ ਇੱਕ ਵਾਰੀ ਚੰਗੇ ਪਾਸੇ ਤੁਰ ਪਿਆ, ਉਹ ਜਦੋਂ ਮਾੜੇ ਪਾਸੇ ਜਾਊਗਾ ਨਾ, ਉਹਨੂੰ ਲੋਕ ਕੀ ਕਹਿਣਗੇ ਵੀ ਤੂੰ ਇਹ ਕੰਮ ਕਿਉਂ ਕਰਦਾ, ਤੇਰੇ ਕਰਨ ਵਾਲਾ ਥੋੜੀ ਹੈ। ਰੋਕਤਾ ਨਾ, ਦੁਨੀਆ ਸੰਗਤ ਉਹਦੀ ਵਾੜ ਬਣ ਗਈ, ਰੋਕਤਾ। ਮੰਨ ਲਓ ਮੈਂ ਆ ਕਥਾ ਕਰਦਾ, ਇਹੋ ਜੀ ਜਗ੍ਹਾ ਤੇ ਖੜਾ ਹੋਵਾਂ ਤਾਂ ਕਹੇ ਤੇ ਮੈਂ ਮੰਨਾਂ ਗੁੱਸਾ ਉਸ ਗੱਲ ਦਾ ਵੀ ਤੁਸੀਂ ਇੱਥੇ ਕੀ ਕਰਦੇ ਹੋ ਜੀ, ਤੁਹਾਡਾ ਕੀ ਕੰਮ ਹੈ। ਮੈਂ ਕਹਾਂ ਵੀ ਕੀ ਗੱਲ, ਮੈਂ ਖੜ ਨਹੀਂ ਸਕਦਾ, ਪਤਾ ਮੈਂ ਕੀ ਸੋਚਣਾ ਵੀ ਮੈਨੂੰ ਰੋਕ ਰਹੇ, ਮੈਨੂੰ ਇੱਥੇ ਸਹੀ ਗੱਲ ਹੈ ਵੀ ਖੜਨਾ ਚਾਹੀਦਾ ਹੀ, ਰੋਕਤਾ ਨਾ ਮੈਨੂੰ। ਤੇ ਜੋ ਬੰਦਾ ਰੋਜ਼ ਮਾੜੇ ਪਾਸੇ ਜਾ ਰਿਹਾ, ਇੱਕ ਦਿਨ ਗੁਰਦੁਆਰੇ ਆ ਜੇ, ਉਹਨੂੰ ਕੀ ਕਹਿਣਾ, ਉਹਨੂੰ ਕਹਿਣਗੇ ਅੱਜ ਤੂੰ ਕਿਵੇਂ ਗੁਰਦੁਆਰੇ ਆ ਗਿਆ। ਉਹ ਐ ਨਹੀਂ ਪਤਾ ਵੀ ਸੰਗੀ ਮਨ ਜੇ ਹਟੀ ਜਾਵੇ ਦੂਜੇ ਦਿਨ ਵੀ ਮੈਂ ਤਾਂ ਗਿਆ ਸੀ, ਮੈਨੂੰ ਕਹਿਣ ਲੱਗੇ ਵੀ ਤੂੰ ਕਿਵੇਂ। ਹੁੰਦਾ ਨਾ ਇਹ ਵਾਪਰਦਾ ਹੈ। ਇਸ ਤਰ੍ਹਾਂ ਤੁਰੇ ਰਹੋ, ਕੋਈ ਫਰਕ ਨਹੀਂ ਪੈਂਦਾ। ਸੰਤ ਨਾ ਛੱਡੈ ਸੰਤ ਹੀ, ਕੋਟਕ ਮਿਲੈ ਅਸੰਤ। ਕਦੇ ਕਹਿੰਦੇ ਆਪਣੀ ਬੰਦਗੀ ਨਾ ਛੱਡੋ। ਦੁਨੀਆ ਬਹੁਤ ਕੁਝ ਕਹਿੰਦੀ ਹੈ, ਦੁਨੀਆ ਨੂੰ ਕਹਿੰਦਾ ਰਹਿਣ ਦਿਓ, ਉਹਨਾਂ ਦਾ ਕੰਮ ਹੈ, ਤੁਹਾਡਾ ਆਪਣਾ ਕੰਮ ਹੈ। ਇਹੀ ਕਬੀਰ ਜੀ ਸਮਝਾ ਰਹੇ ਆ। ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਕ ਤਾਂ ਸਗੋਂ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ। ਨਿੰਦਾ ਹਮਰੀ ਪ੍ਰੇਮ ਪਵਾਰ, ਨਿੰਦਕ ਹਮਰਾ ਕਰੈ ਉਦਾਰ। ਜਿਉਂ-ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ-ਤਿਉਂ ਸਾਡੇ ਅੰਦਰ ਪ੍ਰਭੂ ਦਾ ਪਿਆਰ ਵਧਣਾ ਚਾਹੀਦਾ ਹੈ। ਨਿੰਦਿਆ ਨਾ ਹਟਣਾ ਥੋੜਾ ਚਾਹੀਦਾ ਹੈ। ਦੁਨੀਆ ਨਹੀਂ ਕਦੇ ਵੀ ਖੁਸ਼ ਹੁੰਦੀ ਪਿਆਰੇ। ਇਹ ਤਾਂ ਤੂੰ ਵਿਹਲਾ ਬਹਿ ਜਾ, ਆਖਣਗੇ ਜਮਾਂ ਕੋੜੀ ਹੈ। ਜੇ ਕੁਛ ਕਰ ਲੈ ਤਾਂ ਆਖਣਗੇ 2 ਨੰਬਰ ਨਾਲ ਜੋੜੀ ਆ। ਆਖੋ ਸਤਨਾਮ। ਕਿਹੜੇ ਪਾਸੇ ਜਾਓਗੇ? ਵਿਹਲਾ ਬੈਠਾ ਕੋੜੀ ਆ, ਜੇ ਕੁਛ ਕਰੇਗਾ ਤਾਂ ਆਖਣਗੇ ਪਤਾ ਨਹੀਂ ਕੀ ਕਰਦਾ। ਵਿੱਚੋਂ ਆਪਾਂ ਸਿੱਖਿਆ ਲੈਣੀ ਆ ਨਾ ਸ਼ਬਦ ਦੇ। ਨਿੰਦਾ ਸੋ ਜੋ ਨਿੰਦਾ ਹੋ ਰਿਹਾ। ਕਹਿੰਦੇ ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਨਿੰਦਿਆ ਸਾਡੇ ਔਗਣਾ, ਸਾਨੂੰ ਔਗਣਾ ਤੋਂ ਬਚਾਉਂਦੀ ਹੈ, ਸਾਡਾ ਉਧਾਰ ਕਰਦੀ ਹੈ। ਬਸ ਇਹ ਪਰਹੇਜ ਨੇ। ਕਬੀਰ ਜੀ ਦੱਸਦੇ ਆ ਵੀ ਇਹ ਪਰਹੇਜ ਰੱਖ। ਹੁਣ ਦਰਸ਼ਨ, ਕਬੀਰ ਜੀ ਦੇ ਦਰਸ਼ਨ ਕਰ ਰਹੇ ਆ। ਕਬੀਰ ਜੀ ਸਾਨੂੰ ਦੱਸ ਰਹੇ ਆ ਇਹ ਪਰਹੇਜ ਰੱਖੋ। ਜਿਵੇਂ ਆਪਾਂ ਡਾਕਟਰ ਕੋਲ ਕਹਿ ਦੇਣਾ ਵੀ ਮੈਂ ਇਹ ਚੀਜ਼ ਨਹੀਂ ਖਾਵਾਂ, ਆਪਾਂ ਕੀ ਕਰਨਾ ਵੀ ਆਪਾਂ ਕਿਸੇ ਦੀ ਨਿੰਦਿਆ ਕਰਨੀ ਨਹੀਂ ਆਪਣੇ ਘਰ 'ਚ। ਬਸ ਪਰਹੇਜ ਰੱਖ ਲਿਆ, ਨਾਮ ਜਪਣ ਲੱਗ ਗਏ, ਨਾਮ ਫਲੀਭੂਤ ਹੋਊਗਾ, ਨਿੰਦਿਆ ਛੱਡ ਦਿੱਤੀ। ਪਹਿਲੀ ਗੱਲ, ਮਨੁੱਖ ਕਿਸੇ ਦੀ ਨਿੰਦਿਆ ਕਰਨ ਦੇ ਯੋਗ ਹੀ, ਕਿਉਂਕਿ ਆਪਣੇ ਔਗਣ ਦੀਂਦੇ ਨਹੀਂ ਹੁੰਦੇ ਮਨੁੱਖ ਨੂੰ ਵੀ ਮੇਰੇ ਵਿੱਚ ਕੀ ਕਮੀਆਂ ਨੇ। ਮਹਾਰਾਜ ਕਹਿੰਦੇ ਆ ਹਮਰਾ ਜੀਵਨ ਨਿੰਦਕ ਲੋਰੈ। ਉਹ ਤੇ ਚਾਹੁੰਦੇ ਆ ਸਾਡਾ ਚੰਗਾ ਜੀਵਨ। ਨਿੰਦਾ ਹਮਰਾ ਕਰੈ ਉਧਾਰ, ਜਨ ਕਬੀਰ ਕੋ ਨਿੰਦਾ ਸਾਰ। ਕਹਿੰਦੇ ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗਣਾ ਵੱਲੋਂ ਬਚਾਉਂਦੀ ਆ, ਤੇ ਦਾਸ ਕਬੀਰ ਲਈ ਤਾਂ ਉਹਦੇ ਔਗਣਾ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ। ਅੰਤ ਤੇ ਹੁੰਦਾ ਕੀ ਹੈ? ਕਬੀਰ ਜੀ ਕਹਿੰਦੇ ਫਿਰ ਕਰਦਾ ਰਹਿਣ ਦਿਓ ਨਿੰਦਿਆ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਹਿੰਦੇ ਨਿੰਦਕ ਡੁੱਬ ਗਿਆ ਤੇ ਮੈਂ ਪਾਰ ਹੋ ਗਿਆ। ਮੈਨੂੰ ਨਿੰਦਿਆ ਕਰ ਕਰਕੇ ਗੁਰੂ ਦੇ ਚਰਨਾਂ ਵਿੱਚ ਪਹੁੰਚਾਤਾ। ਚੰਗੇ ਪਾਸੇ ਲੱਗ ਜਾਓ, ਮਾੜੇ ਪਾਸੇ ਲੱਗ ਜਾਓ, ਦੁਨੀਆ ਨੇ ਨਹੀਂ ਬਖਸ਼ਣਾ ਹੁੰਦਾ। ਇਸ ਤਰ੍ਹਾਂ ਆਪਾਂ ਕਬੀਰ ਸਾਹਿਬ ਜੀ ਦਾ ਸ਼ਬਦ ਅੱਜ ਪੜ੍ਹ ਰਹੇ ਸੀ ਵੀ ਉਸਤਤ ਨਿੰਦਾ ਦੋ ਵਿਵਰਜਿਤ। ਝੂਠੀ ਵਡਿਆਈ ਵੀ ਮਾੜੀ ਆ ਤੇ ਕੋਲੋਂ ਬਣਾ ਕੇ ਨਿੰਦਿਆ ਵੀ ਕਰਨੀ ਬਹੁਤ ਮਾੜੀ। ਉਸਤਤ ਨਿੰਦਾ ਦੋ ਵਿਵਰਜਿਤ, ਤਜੋ ਮਾਨ ਅਭਿਮਾਨਾ। ਕਹਿੰਦੇ ਕਿਸੇ ਮਨੁੱਖ ਦੀ ਖੁਸ਼ਾਮਦ ਕਰਨੀ
ਕਿਸੇ ਦੇ ਐਬ ਫਰੋਣੇ, ਦੋਨੇ ਕੰਮ ਹੀ ਭਾਈ ਮਾੜੇ ਆ। ਇਹ ਖਿਆਲ ਵੀ ਛੱਡ ਦਿਓ ਕਿ ਕੋਈ ਤੁਹਾਡਾ ਆਦਰ ਕਰਦਾ ਹੈ ਤੇ ਜਾਂ ਤੁਹਾਡੀ ਕੋਈ ਨਿੰਦਿਆ ਕਰਦਾ ਹੈ। ਲੋਹਾ ਕੰਚਨ ਸਮ ਕਰ ਜਾਣੈ ਤੇ ਮੂਰਤ ਭਗਵਾਨਾ। ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇੱਕੋ ਜਿਹਾ ਸਮਝੇ ਤੇ ਉਹ ਭਗਵਾਨ ਦਾ ਰੂਪ ਹੋ ਜਾਂਦਾ। ਕਬੀਰ ਜੀ ਕਹਿੰਦੇ ਆ ਸੋਨਾ ਲੋਹਾ ਨਰਾਦਰੀ ਵਡਿਆਈ, ਕੋਈ ਫਰਕ ਨਹੀਂ ਪੈਂਦਾ। ਤੇਰਾ ਜਨ ਏਕ ਆਦ ਕੋਈ, ਕਹਿੰਦੇ ਏਕ ਆਦ ਕੋਈ ਬਿਰਲਾ, ਕੋਈ ਬਿਰਲਾ ਮਨੁੱਖ ਹੀ ਤੇਰਾ ਹੋ ਕੇ ਰਹਿੰਦਾ ਹੈ। ਤੇਰਾ ਹੋ ਸਕਦਾ ਤਾਂ ਪਰਮਾਤਮਾ ਹੀ ਹੋ ਸਕਦਾ ਹੈ। ਅੱਗੇ ਫਰਮਾਨ ਕਰਦੇ ਆ ਕਾਮ ਕ੍ਰੋਧ ਲੋਭ ਮੋਹ ਬਿਵਰਜਿਤ ਹਰ ਪਦ ਚੀਨੈ ਸੋਈ ਰਹਾਉ। ਜੋ ਤੇਰਾ ਬਣਦਾ ਹੈ ਤਾਂ ਜੋ ਗੁਰੂ ਦਾ ਬਣ ਜਾਂਦਾ ਹੈ, ਉਹਨੂੰ ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰ ਮਾੜੇ ਲੱਗਣ ਲੱਗ ਪੈਂਦੇ ਹਨ। ਹੌਲੀ ਹੌਲੀ ਗੁਰੂ ਬਖਸ਼ਿਸ਼ ਕਰਦਾ ਹੈ। ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ ਉਹੀ ਮਨੁੱਖ ਪ੍ਰਭੂ ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾ ਲੈਂਦਾ ਹੈ। ਇਹ ਹੁਣ ਪਰਹੇਜ ਦੱਸੇ ਵੀ ਵਡਿਆਈ ਨਿੰਦਿਆ ਤੇ ਇਹ ਮਾੜੇ ਲੱਗਣ ਲੱਗ ਜਾਣ ਪੰਜੇ ਵੈਰੀ ਜਦੋਂ। ਰਜ ਗੁਣ ਤਮ ਗੁਣ ਸਤ ਗੁਣ ਕਈਐ ਇਹ ਤੇਰੀ ਸਭ ਮਾਇਆ। ਕੋਈ ਜੀਵ ਰਜੋ ਗੁਣ ਵਿੱਚ ਹਨ, ਕੋਈ ਤਮੋ ਗੁਣ ਵਿੱਚ ਹਨ, ਕੋਈ ਸਤੋ ਗੁਣ ਵਿੱਚ ਹਨ, ਪਰ ਜੀਵਾਂ ਦੇ ਕੀ ਵਸ ਹੈ। ਬਸ ਪਰਮੇਸ਼ਵਰ ਅੱਗੇ ਅਰਦਾਸ ਕਰ ਕਿ ਤੇਰਾ ਉਪਦੇਸ਼ ਸਤਿਗੁਰੂ ਜੀ ਮੇਰੇ ਮਨ ਵਿੱਚ ਵਸ ਜਾਏ। ਇਹ ਸਭ ਕੁਝ ਹੈ ਪ੍ਰਭ ਤੇਰੀ ਮਾਇਆ ਹੀ ਹੈ, ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਮਹਾਰਾਜ ਕਹਿੰਦੇ ਜੋ ਮਨੁੱਖ ਇਹਨਾਂ ਤੋਂ ਉਤਾਂਹ ਚੌਥੀ ਅਵਸਥਾ ਪ੍ਰਭੂ ਮਿਲਾਪ ਨਾਲ ਜਾਣ ਪਛਾਣ ਕਰਦਾ ਹੈ ਤੇ ਮਹਾਰਾਜ ਕਹਿੰਦੇ ਉਸੇ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹਿ ਨਿਹ ਕਾਮਾ। ਅਸਲ ਵਿੱਚ ਇਹੀ ਨੇ ਤੀਰਥ ਵਰਤ, ਇਹਨਾਂ ਚੀਜ਼ਾਂ ਤੋਂ। ਵਰਤ ਕਿਹੜਾ ਰੱਖਣਾ? ਮਾੜੇ ਕਰਮ ਦਾ ਵਰਤ ਰੱਖ, ਉਹ ਵਰਤ ਪ੍ਰਮਾਣ ਹੈ। ਆਹ ਵਰਤ ਪ੍ਰਮਾਣ ਨਹੀਂ ਜਿਹੜੇ ਅਸੀਂ ਰੱਖਦੇ ਹਾਂ। ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹਿ ਨਿਹ ਕਾਮਾ। ਕਹਿੰਦੇ ਉਹ ਸਦਾ ਤੀਰਥ ਵਰਤ ਸੁਚ ਸੰਜਮ ਆਦਿਕ ਨੇਮਾਂ ਵੱਲੋਂ ਨਿਸ਼ਕਾਮ ਰਹਿੰਦਾ ਹੈ। ਭਾਵ ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਕੋਈ ਚਾਹ ਨਹੀਂ ਰਹਿੰਦੀ। ਇਹ ਵਰਤ ਰੱਖਣੇ ਆ। ਤ੍ਰਿਸ਼ਨਾ ਅਰ ਮਾਇਆ ਪ੍ਰਮ ਚੂਕਾ ਚਿਤਵਤ ਆਤਮ ਰਾਮਾ। ਮਹਾਰਾਜ ਕਹਿੰਦੇ ਜੋ ਮਨੁੱਖ ਸਦਾ ਸਰਬ ਵਿਆਪਕ ਪਰਮਾਤਮਾ ਨੂੰ ਸਿਮਰਦਾ ਹੈ ਉਹਦੇ ਅੰਦਰੋਂ ਇਹ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ। ਸੰਸਾਰ ਰੂਪੀ ਮਾਇਆ ਜੋ ਸਾਨੂੰ ਗੁਰੂ ਨਾਲੋਂ ਤੋੜਦੀ ਹੈ। ਜਿਹ ਮੰਦਰ ਦੀਪਕ ਪਰਗਾਸਿਆ ਅੰਧਕਾਰ ਤੈ ਨਾਸਾ। ਹੁਣ ਗੁਰੂ ਜੀ ਦੇ ਦਰਸ਼ਨ ਕੀਤੇ, ਉਪਦੇਸ਼ ਸੁਣਿਆ, ਅੰਦਰ ਵਸਾ ਲਿਆ, ਫਿਰ ਕੀ ਹੋਇਆ? ਜਿਸ ਘਰ ਵਿੱਚ ਦੀਵਾ ਜਗ ਪਵੇ ਉੱਥੇ ਹਨੇਰਾ ਦੂਰ ਹੋ ਜਾਂਦਾ ਹੈ। ਅੰਦਰਲੇ ਦੀਵੇ ਦੀ, ਜਿਵੇਂ ਬਾਹਰਲਾ ਦੀਵਾ ਆਪਾਂ ਜਗਾਉਨੇ ਆ, ਮਹਾਰਾਜ ਕਹਿੰਦੇ ਆ ਜਿੰਨਾ ਚਿਰ ਤੇਰਾ ਅੰਦਰਲਾ ਦੀਵਾ ਨਹੀਂ ਜਗਦਾ। ਅਸਲ ਦੀਵਾ ਰੱਖਣਾ ਨਾ ਤਾਂ ਗਿਆਨ ਦਾ ਦੀਵਾ ਹਿਰਦੇ ਰੂਪੀ ਘਰ ਵਿੱਚ ਰੱਖ ਲੈ, ਹਿਰਦੇ ਰੂਪੀ ਕਮਰੇ ਵਿੱਚ ਰੱਖ ਲੈ, ਤੇਰਾ ਉਧਾਰ ਹੋਣੋਂ ਕੋਈ ਰੋਕ ਹੀ ਨਹੀਂ ਸਕਦਾ। ਆਖੋ ਸਤਨਾਮ। ਤੇਰਾ ਭਲਾ ਹੋਣੋਂ ਕੋਈ ਰੋਕ ਹੀ ਨਹੀਂ ਸਕਦਾ। ਬਸ ਇਹ ਬਾਹਰ ਹੀ ਦੀਵੇ ਲਾਉਂਦਾ, ਅੰਦਰ ਨਹੀਂ ਰੱਖਦਾ ਹਿਰਦੇ ਵਿੱਚ। ਗੁਰੂ ਜੀ ਦਾ ਗਿਆਨ ਰੂਪੀ ਦੀਵਾ ਹਿਰਦੇ ਵਿੱਚ ਰੱਖ ਲਾ, ਚਾਨਣ ਹੋ ਜਾਣਾ ਹਿਰਦੇ ਵਿੱਚ। ਜਦੋਂ ਹਿਰਦੇ ਵਿੱਚ ਚਾਨਣ ਹੋ ਗਿਆ ਫਿਰ ਕੋਈ ਵਡਿਆਈ ਕਰੇ, ਕੋਈ ਨਿੰਦਿਆ ਕਰੇ, ਕੋਈ ਮਾੜਾ ਕਵੇ, ਕੋਈ ਚੰਗਾ ਕਵੇ, ਕੋਈ ਫਰਕ ਨਹੀਂ ਪੈਂਦਾ। ਤ੍ਰਿਸ਼ਨਾ ਅਰ ਮਾਇਆ ਪ੍ਰਮ ਚੂਕਾ ਚਿਤਵਤ ਆਤਮ ਰਾਮਾ। ਜੇ ਮੰਦਰ ਦੀਪਕ ਪ੍ਰਗਾਸਿਆ, ਅੰਦਰ ਤੇਰੇ ਸ਼ਰੀਰ ਰੂਪੀ ਮੰਦਰ ਦੇ ਵਿੱਚ ਜਦੋਂ ਪ੍ਰਗਾਸਿਆ, ਅੰਧਕਾਰ ਤੈ ਨਾਸਾ। ਫਿਰ ਅੰਧਕਾਰ, ਫਿਰ ਹਨੇਰਾ, ਫਿਰ ਦੂਰ ਹੋ ਜਾਣਾ। ਨਿਰਭਉ ਪੂਰ ਰਹੇ ਪ੍ਰਮ ਭਾਗਾ ਕਹੈ ਕਬੀਰ ਜਨ ਦਾਸਾ। ਮਹਾਰਾਜ ਕਹਿੰਦੇ ਆ ਪਰਮਾਤਮਾ ਦਾ ਜਨ
प्रभु दा दास। कबीर जी आखदे तिवें ही भाई जिस हिरदे विचों निरभौ प्रभु परमात्मा प्रगट हो जाए उहदी भटकना हमेशा वास्ते मिट जाती है। कबीर जी फरमाउंदे आ किन्हीं बन जा कांसी तांबा किन्हीं लौंग सुपारी। आउंदे बड़े आ दुनिया ते लोग कह तांबे आदक दा वणज करदे आ, कोई लौंग सुपारी आदक वणज करदे आ, कोई सोने दा कोई चांदी दा व्यापार करदा है, पर संत हो वणजया नाम गोविंद का। कहंदे पर प्रभु दे संतां ने प्रभु दे सेवकां ने की कीता? नाम दा वणज कीता। संतो वणजया नाम गोविंद का। ते मैं भी यही सौदा लद्या है, मैं राम नाम धन लादया बिख लादी संसार। मैं अपने गड्डे विच परमात्मा दा नाम धन लद्या पर संसार ने तां जहर ही लद्दी है। आखो सतनाम।